ਕੋਗਰੇ ਜੋ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਨਾਨਕ ਨਿਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਦੇ ਪਾਵਨ ਮੁਬਾਰਕ ਚਰਨਾਂ ਦੇ ਅੰਦਰ ਸਾਹਿਬ ਦੀ ਪਾਵਨ ਅੰਮ੍ਰਿਤ ਬਾਣੀ ਸਰਵਣ ਕਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਭਗਤਾਂ ਦੇ ਨਾਲ ਸੰਸਾਰੀ ਲੋਕਾਂ ਨੇ ਬਦ ਜ਼ੁਬਾਨੀ ਵੀ ਕੀਤੀ ਹੈ, ਬਦ ਸਲੂਕੀ ਵੀ ਕੀਤੀ ਹੈ। ਅਕਸਰ ਐਸਾ ਹੁੰਦਾ ਆਇਆ, ਕਿਉਂਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਕਬੀਰ ਜੀ ਦੇ ਨਾਲ ਵੀ ਐਸਾ ਵਾਪਰਿਆ ਹੈ। ਉਹਦਾ ਪ੍ਰਗਟਾਵਾ ਪਾਵਨ ਬਾਣੀ 'ਚੋਂ ਮਿਲਦਾ ਹੈ, ਤਾਂ ਜੋ ਸਾਡੇ ਅੰਦਰ ਵੀ ਐਸਾ ਸਿਰੜ, ਐਸਾ ਭਰੋਸਾ ਮਾਲਕ ਦੇ ਪ੍ਰਥਾਏ ਬਣ ਜਾਏ। ਭਗਤ ਜੀ ਕਹਿੰਦੇ, ਜਿਸ ਗੰਗਾ ਨੂੰ ਮਾਂ ਕਹਿੰਦੇ ਨੇ, ਉਸੇ ਗੰਗਾ 'ਚ ਮੈਨੂੰ ਡੋਬਣ ਤੁਰ ਪਏ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਦੁਨੀਆ ਨੂੰ, ਭੀੜ ਨੂੰ ਸੱਚ ਚੰਗਾ ਨਹੀਂ ਲੱਗਦਾ, ਤੇ 3 ਯਤਨ ਕੀਤੇ ਨੇ ਭੀੜ ਨੇ ਹਮੇਸ਼ਾ ਹੀ। ਪਹਿਲੋਂ ਡਰਾਇਆ ਹੈ ਵੀ ਸ਼ਾਇਦ ਕੋਈ ਡਰ ਜਾਏ, ਫਿਰ ਜਿਹੜਾ ਡਰਿਆ ਨਹੀਂ ਉਹਨੂੰ ਮਰਵਾਇਆ ਹੈ, ਉਹਨੂੰ ਖਤਮ ਕਰਨ ਦਾ ਯਤਨ ਕੀਤਾ ਹੈ। ਪਹਿਲੋਂ ਡਰਾ ਕੇ ਜਾਂ ਫਿਰ ਕਿਸੇ ਲਾਲਚ ਨਾਲ ਸਮਝਾਉਣ ਦਾ ਵੀ ਯਤਨ ਕੀਤਾ, ਫਿਰ ਕਹਿੰਦੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਰੱਬ ਦੇ ਪਿਆਰੇ ਡਰੇ ਵੀ ਨਹੀਂ, ਕਿਸੇ ਲਾਲਚ ਵਿੱਚ ਵੀ ਨਹੀਂ ਆਏ। ਪਰ ਰੱਬ ਦੇ ਪਿਆਰਿਆਂ ਨੂੰ ਵਿਸ਼ਵਾਸ ਹੈ, ਨਹੀਂ ਤੇ ਆਮ ਮਨੁੱਖ ਦੇ ਸਿਰ ਤੇ ਛੋਟੀ ਜਿਹੀ ਮੁਸੀਬਤ ਆ ਜਾਏ, ਮਨੁੱਖ ਯਕਦਮ ਡੋਲ ਜਾਂਦਾ ਹੈ। ਮਨ 'ਚ ਕਈ ਪ੍ਰਕਾਰ ਦੇ ਭੈ, ਡਰ, ਚਿੰਤਾਵਾਂ ਘਰ ਘਰ ਜਾਂਦੀਆਂ ਨੇ। ਤੇ ਭਗਤ ਜੀ ਨੂੰ ਪੁੱਛੀਏ ਵੀ ਤੁਹਾਡੇ ਨਾਲ ਏਡੀ ਵੱਡੀ ਘਟਨਾ ਵਾਪਰੀ ਹੈ, ਜੰਜੀਰਾਂ 'ਚ ਬੰਨ੍ਹ ਕੇ ਗੰਗਾ 'ਤੇ ਲੈ ਗਏ, ਕਿ ਤੁਸੀਂ ਡਰੇ ਨਹੀਂ? ਭਗਤ ਜੀ ਕਹਿੰਦੇ, ਨਹੀਂ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਇਹ ਸੈਂਟਰ ਆਈਡੀਆ ਹੈ ਇਸ ਪਾਵਨ ਸ਼ਬਦ ਦਾ, ਰਹਾਉ ਦਾ ਬੰਦ ਹੈ। ਭਗਤ ਜੀ ਕਹਿੰਦੇ, ਮਨ ਨਹੀਂ ਡਿੱਗਦਾ, ਮਨ ਅਡੋਲ ਹੈ, ਫਿਰ ਤਨ ਵੀ ਨਹੀਂ ਘਬਰਾਉਂਦਾ। ਉਹ ਵੀ ਵੱਡੇ ਤੋਂ ਵੱਡਾ ਦੁੱਖ ਮੁਸੀਬਤ ਚੱਲ ਲੈਂਦਾ ਹੈ। ਹੁਣ ਪਰ ਮਾਲਕ ਨੇ ਵੀ ਮਿਹਰਾਮਤ ਕੀਤੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਜਿਹੜੇ ਸਮਝਦੇ ਸਨ ਡੁੱਬ ਜਾਏਗਾ, ਵੇਖਿਆ ਜਿਵੇਂ ਮਿਰਗਸ਼ਾਲਾ 'ਤੇ ਬੈਠੇ ਹੁੰਦੇ ਨੇ ਭਗਤ ਕਬੀਰ ਜੀ। ਮਾਲਕ ਵਾਹਿਗੁਰੂ 'ਤੇ ਵਿਸ਼ਵਾਸ ਹੈ, ਭਗਤ ਜੀ ਕਹਿੰਦੇ, ਜਿਸ ਨੂੰ
ਉਹਦੇ ਜੀਵਨ ਵਿੱਚ ਅਡੋਲਤਾ ਜ਼ਰੂਰ ਆਏਗੀ। ਕਿਸੇ ਵੀ ਮੁਸੀਬਤ ਵੇਲੇ ਉਹ ਘਬਰਾਏਗਾ ਨਹੀਂ ਤੇ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ। ਤਮਾਸ਼ਾ ਵੇਖਣ ਵਾਲੇ ਵੀ ਕੋਈ ਹੋਣਗੇ, ਪਰ ਭਗਤ ਜੀ ਕਹਿੰਦੇ ਮੇਰਾ ਰਾਖਾ ਜਲ ਥਲ ਰਾਖਨ ਹੈ ਰਘੁਨਾਥ, ਕਹਿ ਕਬੀਰ ਕੋ ਸੰਗ ਨਾ ਸਾਥ। ਬਦ ਜ਼ੁਬਾਨੀ ਕਰਨ ਵਾਲੇ ਸਨ, ਬਦ ਸਲੂਕੀ ਕਰਨ ਵਾਲੇ ਸਨ, ਕੁਝ ਤਮਾਸ਼ਾ ਵੇਖਣ ਵਾਲੇ ਸਨ, ਕਿੰਨੇ ਹੋਣਗੇ ਲੋਕ। ਭਗਤ ਜੀ ਕਹਿੰਦੇ ਇਹਨਾਂ ਚੋਂ ਕੋਈ ਨਹੀਂ, ਪਰ ਮੇਰਾ ਇੱਕ ਮਾਲਕ ਵਾਹਿਗੁਰੂ ਹੈ, ਉਹ ਸਭ ਥਾਵਾਂ 'ਤੇ ਰੱਖ ਲੈਂਦਾ। ਅਤੇ ਜਿਹਦੇ ਅੰਦਰ ਇਸ ਤਰ੍ਹਾਂ ਦਾ ਸਿਰੜ ਵਿਸ਼ਵਾਸ ਭਰੋਸਾ ਹੁੰਦਾ ਹੈ, ਉਹਦਾ ਜੀਵਨ ਸਦਾ ਹੀ ਅਡੋਲ ਬਣਿਆ ਰਹਿੰਦਾ। ਅਤੇ ਭਗਤ ਕਬੀਰ ਜੀ ਨੇ ਜਾਂ ਬਾਣੀ ਨੇ ਇਹ ਤਾਂ ਸਾਡੇ ਸਾਹਮਣੇ ਗਵਾਹੀਆਂ ਰੱਖੀਆਂ ਨੇ, ਭਾਈ ਇਹਦੇ ਕੋਲੋਂ ਸਬਕ ਲੈ ਕੇ ਮੁਸ਼ਕਲਾਂ ਆਈਆਂ, ਦੁੱਖ ਆਏ, ਕਿੰਨਾ ਕੁਝ ਜੀਵਨ 'ਚ ਵਾਪਰਦਾ ਹੈ। ਇਹਨਾਂ ਪਾਵਨ ਬਚਨਾਂ ਕੋਲੋਂ ਰਹਿਨੁਮਾਈ ਲੈ ਕੇ ਉਹ ਸਿਰੜ ਨੂੰ, ਵਾਹਿਗੁਰੂ ਦੇ ਭਰੋਸੇ ਨੂੰ ਨਾ ਛੱਡੀਏ, ਉਹਦਾ ਵਿਸ਼ਵਾਸ ਨਾ ਟੁੱਟੇ। ਅਤੇ ਭਗਤ ਕਬੀਰ ਜੀ ਦੇ ਇਹਨਾਂ ਬੋਲਾਂ 'ਚ ਉਹ ਵਿਸ਼ਵਾਸ, ਉਹ ਭਰੋਸਾ, ਮਾਲਕ ਦੀ ਮਹਿਮਾ ਛਲਕੀ ਹੈ। ਆਪਾਂ ਸਾਰਿਆਂ ਨੇ ਆਨੰਦ ਮਾਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਤਿਗੁਰੂ ਮਹਾਰਾਜ, ਤਿਆਗ ਤੇ ਵੈਰਾਗ ਦੀ ਮੂਰਤ, ਜਿਨ੍ਹਾਂ ਦੀ ਪਾਵਨ ਰਚਨਾ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਜ ਦੇ ਜੋ ਪਾਵਨ ਬੋਲ ਆਪਾਂ ਵਿਚਾਰਨ ਜਾ ਰਹੇ ਹਾਂ। ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਇੱਕ ਸੇਧ ਬਖਸ਼ਿਸ਼ ਕਰ ਰਹੇ ਨੇ, ਮਾਲਕ ਦੀ ਸਿਫਤ ਕਿਸ ਤਰ੍ਹਾਂ ਕਰਨੀ ਹੈ। ਅਤੇ ਕਈ ਵਾਰ ਧਰਮ ਦੇ ਨਾਂ 'ਤੇ ਕੀਤੇ ਕਰਮ ਵੀ ਨਿਫਲ ਚਲੇ ਜਾਂਦੇ ਨੇ। ਕਿਉਂ? ਜਦੋਂ ਤੂੰ ਤੇਰੇ ਦੇ ਥਾਂ 'ਤੇ ਮੈਂ ਮੇਰਾ ਵਰਤ ਜਾਂਦਾ, ਉਹ ਫਿਰ ਨਿਫਲ ਕਰਮ ਚਲੇ ਗਏ। ਅਤੇ ਸਾਹਿਬ ਸੱਚੇ ਪਾਤਸ਼ਾਹ 45 ਅਤੇ 46 ਨੰਬਰ ਦਾ ਸ਼ਲੋਕ ਜੋ ਸੇਧ ਬਖਸ਼ਿਸ਼ ਕਰਦੇ ਨੇ, ਆਓ ਵਿਚਾਰ ਨਾਲ ਜੁੜੀਏ। ਪਿਆਰ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸੁਆਮੀ ਕੋ ਗ੍ਰਹਿ ਜੂੰ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਰੱਬ ਦਾ ਪਿਆਰਾ ਹਰੇਕ ਥਾਂ ਤੋਂ ਕੋਈ ਸੇਧ ਲੈ ਲੈਂਦਾ। ਪਾਵਨ ਬਾਣੀ 'ਚ ਨਾ ਉਦਾਹਰਨ ਦੇ ਤੌਰ 'ਤੇ, ਕਿਉਂਕਿ ਉਦਾਹਰਨਾਂ ਸਾਰੀਆਂ ਸੰਸਾਰ ਦੀਆਂ ਨੇ, ਰੱਬ ਦੀ ਕੋਈ ਉਦਾਹਰਨ ਨਹੀਂ, ਅਕਾਲ ਪੁਰਖ ਦਾ ਅਨੁਭਵ ਹੁੰਦਾ ਹੈ। ਉਦਾਹਰਨਾਂ ਸੰਸਾਰ ਦੀਆਂ ਨੇ, ਅਤੇ ਉਸ ਵਾਹਿਗੁਰੂ ਦੇ ਅਨੁਭਵ ਨੂੰ ਅਸੀਂ ਪ੍ਰਾਪਤ ਕਰ ਸਕੀਏ, ਸਤਿਗੁਰੂ ਨੇ ਉਦਾਹਰਨਾਂ ਸੰਸਾਰ ਦੀਆਂ ਦਿੱਤੀਆਂ ਨੇ। ਹੁਣ ਬਾਣੀ 'ਚ ਕੁੱਤਾ ਸ਼ਬਦ, ਸੁਆਨ ਸ਼ਬਦ ਬੜੀ ਵਾਰ ਵਰਤਿਆ। ਉਹਦਾ ਨੈਗੇਟਿਵ ਪੱਖ ਵੀ ਆਇਆ ਹੈ, ਉਹਦਾ ਪੋਜ਼ਿਟਿਵ ਪੱਖ ਵੀ ਆਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਦੁਆਰੈ ਦੁਆਰ ਸੁਆਨ ਜਿਉ ਡੋਲਤ, ਨਾ ਸੁਧ ਰਾਮ ਭਜਨ ਕੀ, ਨੈਗੇਟਿਵ ਪੱਖ ਵੀ ਬਿਆਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਅੰਦਰ। ਵੀ ਭਲਿਆ ਬੰਦਾ, ਤੂੰ ਲੋਭ ਦੇ ਵਿੱਚ, ਲਾਲਚ ਵਿੱਚ ਫਸ ਕੇ ਦੁਆਰ ਦੁਆਰ 'ਤੇ ਨਾ ਭਟਕਦਾ ਰਹੀ, ਜਿਵੇਂ ਇੱਕ ਸੁਆਨ ਇੱਕ ਕੁੱਤਾ ਭਟਕਦਾ ਹੈ। ਹੁਣ ਗੱਲ ਕੀ ਸੀ? ਗੱਲ ਸਾਨੂੰ ਸਮਝਾਉਣ ਦੀ ਸੀ। ਪਰ ਸਤਿਗੁਰ ਇਹ ਵੀ ਕਹਿੰਦੇ ਨੇ, ਭਲਿਆ ਕੁੱਤੇ ਕੋਲੋਂ ਸੇਧ ਵੀ ਲੈ। ਉਹਦਾ ਚੰਗਾ ਪੱਖ ਵੀ ਹੈ, ਮਾੜਾ ਪੱਖ ਵੀ ਹੈ, ਦੋਨੋਂ ਪੱਖ ਸਤਿਗੁਰੂ ਨੇ ਉਜਾਗਰ ਕੀਤੇ ਨੇ। ਅਤੇ ਜਿਹੜਾ ਅਕਾਲ ਪੁਰਖ ਦਾ ਪਿਆਰ ਹੈ, ਹਰੇਕ ਚੀਜ਼ 'ਚੋਂ ਕੁਝ ਨਾ ਕੁਝ ਲੱਭ ਲੈਂਦਾ ਹੈ। ਭਾਵੇਂ ਵੇਖੋ ਚੀਜ਼ਾਂ ਬੋਲਦੀਆਂ ਨਹੀਂ, ਆ ਕਦੇ ਕੋਈ ਸੁੱਕੀ ਲੱਕੜ ਬੋਲਦੀ ਹੈ, ਪਰ ਭਗਤ ਕਬੀਰ ਜੀ ਨਾਲ ਗੱਲਬਾਤ ਹੋਈ ਹੈ ਬਾਣੀ ਅੰਦਰ। ਕਦੇ ਕੋਈ ਕਬਰ ਬੋਲਦੀ ਹੈ, ਪਰ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਕਬਰ ਨੇ ਅੱਜ ਇੱਕ ਗੱਲ ਆਖੀ, ਦੁਨੀਆ ਦੇ ਲੋਕੋ ਤੁਸੀਂ ਸੁਣ ਲਓ।
ਹੁਣ ਅਸਲ ਵਿੱਚ ਗੱਲ ਹੈ, ਰੱਬ ਦੇ ਪਿਆਰਿਆਂ ਨੂੰ ਹਰੇਕ ਥਾਂ 'ਚੋਂ ਅਕਾਲ ਪੁਰਖ ਦਾ ਸੁਨੇਹਾ ਮਿਲ ਜਾਂਦਾ ਹੈ। ਫਰੀਦਾ ਗੌਰ ਨਿਮਾਣੀ ਛੱਡ ਕਰੈ। ਛੱਡ ਕਰੈ ਦਾ ਅਰਥ ਹੈ ਸੱਦਾ ਦਿੰਦੀ ਹੈ। ਹੁਣ ਸਾਨੂੰ ਤੇ ਸੁਣਦਾ ਨਹੀਂ, ਆਪਾਂ ਕਵਾਂਗੇ ਉਹ ਤੇ ਮਿੱਟੀ ਹੈ, ਉਹਨੇ ਕਾਹਦਾ ਸੱਦਾ ਦੇਣਾ। ਪਰ ਸੱਚ ਦੇ ਨਾਲ ਜੁੜਨ ਵਾਸਤੇ ਰੱਬ ਦੇ ਪਿਆਰਿਆਂ ਨੇ ਹਰੇਕ ਥਾਂ ਤੋਂ ਗਵਾਹੀ ਲਈ ਹੈ। ਫਰੀਦਾ ਗੌਰ ਨਿਮਾਣੀ ਛੱਡ ਕਰੈ ਨੇ ਘਰਿਆ। ਘਰ ਆਓ ਸਰ ਪਰ ਮੈਥੇ ਆਵਣਾ, ਮਰਨੋਂ ਨਾ ਡਰਿਆ। ਹੁਣ ਕੌਣ ਬੋਲ ਰਿਹਾ ਹੈ? ਕਬਰ ਬੋਲ ਰਹੀ ਹੈ। ਹੁਣ ਉਹ ਸੁਨੇਹਾ ਬਾਬਾ ਫਰੀਦ ਜੀ ਸਾਨੂੰ ਦੇ ਰਹੇ ਨੇ। ਰੱਬ ਦਾ ਪਿਆਰਾ ਹਰੇਕ ਥਾਂ 'ਚੋਂ ਰੱਬ ਦਾ ਸੁਨੇਹਾ ਲਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਕਿਹਨੂੰ ਕਹਿੰਦੇ ਨੇ? ਹਵਾ ਨੂੰ ਕਹਿੰਦੇ ਨੇ ਵੀ ਚੱਲ ਮੇਰੇ ਮਾਲਕ ਨੂੰ ਸੁਨੇਹਾ ਦੇ ਦੇ। ਜਿਹੜਾ ਪਲ ਤੇਰੀ ਯਾਦ ਨਾਲ ਜੁੜਿਆ ਉਹ 70 ਵਿੱਚ ਸੁੱਤਾ ਵੀ ਬੰਦਾ ਚੰਗਾ ਹੈ, ਅਤੇ ਜਿਹੜਾ ਪਲ ਤੇਰੀ ਯਾਦ ਤੋਂ ਟੁੱਟਾ ਉਹ ਸੂਲ ਸੁਰਾਹੀਆਂ ਵੀ ਕਿਸੇ ਕੰਮ ਦੀਆਂ ਨਹੀਂ। ਸੁਨੇਹਾ ਮਿਲ ਗਿਆ ਨਾ। ਇਹ ਨਿਰੰਕਾਰੀਆਂ ਦੀ ਨਿਸ਼ਾਨੀ ਹੈ, ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਹੁਣ ਭਗਤ ਕਬੀਰ ਜੀ ਜਾ ਰਹੇ ਨੇ, ਕੀ ਵੇਖਿਆ? ਅੱਗੇ ਇੱਕ ਸੁੱਕੀ ਲੱਕੜ ਵੇਖੀ ਹੈ। ਕੋਈ ਰੁੱਖ ਸੁੱਕਿਆ ਹੋਏਗਾ, ਸੁੱਕਾ ਰੁੱਖ ਭਗਤ ਕਬੀਰ ਜੀ ਨੂੰ ਇਹ ਗੱਲ ਕਹਿੰਦਾ ਹੈ, ਕਬੀਰ ਬਨ ਕੀ ਦਾਦੀ ਲਾਕਰੀ। ਦਾਦੀ ਦਾ ਅਰਥ ਹੈ ਸੜੀ ਹੋਈ, ਸੁੱਕੀ ਹੋਈ, ਖਲੋਤੀ। ਠਾਡੀ ਕਰੇ ਪੁਕਾਰ, ਉਹ ਖਲੋਤੀ ਖਲੋਤੀ ਪੁਕਾਰ ਕਰ ਰਹੀ ਹੈ। ਮਤ ਬਸ ਪਰੋਂ ਲੁਹਾਰ ਕਹਿ ਜਾ ਰਿਹਾ ਦੂਜੀ ਵਾਰ। ਭਗਤ ਜੀ ਕਹਿੰਦੇ ਉਹ ਲੱਕੜ ਪੁਕਾਰ ਕਰਦੀ ਹੈ, ਮਤਾਂ ਮੈਂ ਲੁਹਾਰ ਦੇ ਵਸ ਪਵਾਂ। ਕਿਉਂ? ਲੁਹਾਰ 2 ਵਾਰ ਸੜਦਾ, ਪਹਿਲੋਂ ਸਾੜ ਕੇ ਕੋਲੇ ਬਣਾ ਲਏਗਾ, ਫਿਰ ਕੋਲਿਆਂ ਨੂੰ ਬਾਰ-ਬਾਰ ਸਾੜਦਾ ਹੈ। ਉਹ ਭਗਤ ਜੀ ਕਹਿੰਦੇ ਉਹ ਲੱਕੜ 'ਤੇ ਪੁਕਾਰ ਕਰ ਰਹੀ ਹੈ, ਮੈਂ 2 ਵਾਰ ਨਾ ਸੜਿਆ ਅਤੇ ਬੰਦਿਆ ਸਾਰੀ ਜ਼ਿੰਦਗੀ ਸੜਦਿਆਂ ਲੰਘ ਗਈ, ਤੂੰ ਪੁਕਾਰ ਹੀ ਨਹੀਂ ਕਦੇ ਕੀਤੀ, ਤੇਰੇ 'ਚ ਪੁਕਾਰ ਹੀ ਨਹੀਂ ਪੈਦਾ ਹੋਈ। ਸੁਨੇਹਾ ਮਿਲਦਾ ਹੈ ਭਾਗਾਂ ਵਾਲਿਓ, ਹਰੇਕ ਥਾਂ ਤੋਂ ਰੱਬ ਦੇ ਪਿਆਰਿਆਂ ਨੂੰ, ਉਹਦੇ ਇਸ਼ਕ ਵਿੱਚ ਡੁੱਬਿਆਂ ਹੋਇਆਂ ਨੂੰ ਮਾਲਕ ਦਾ ਸੁਨੇਹਾ ਮਿਲਦਾ। ਹੁਣ ਕੁੱਤੇ ਦੀ ਗੱਲ ਸਾਹਿਬ ਨੇ ਕੀਤੀ ਹੈ। ਬੜਾ ਵੱਡਾ ਗੁਣ ਹੈ ਕੁੱਤੇ ਅੰਦਰ, ਵਫਾਦਾਰੀ ਦਾ। ਉਹਦੇ 'ਚ ਇੱਕ ਗੁਣ ਹੈ। ਹੁਣ ਕੱਲ੍ਹ ਸਾਹਿਬ ਨੇ ਬਚਨ ਕਿਹਾ ਸੀ, ਰੱਬ ਦੀ ਭਗਤੀ ਤੋਂ ਬਿਨਾਂ ਹੇ ਮਨੁੱਖ ਤੂੰ ਸੂਕਰ ਵਰਗਾ, ਤੂੰ ਕੂਕਰ ਵਰਗਾ। ਜਿਸ ਜੀਵਨ ਵਿੱਚ ਮਾਲਕ ਦੀ ਭਗਤੀ ਨਹੀਂ, ਉਹ ਸੂਰ ਵਰਗਾ, ਉਹ ਕੁੱਤੇ ਵਰਗਾ। ਹੁਣ ਸਤਿਗੁਰੂ ਕਹਿ ਰਹੇ ਨੇ, ਭਲਿਆ ਚੱਲ ਕੁੱਤੇ ਕੋਲੋਂ ਹੀ ਤੂੰ ਗੁਣ ਸਿੱਖ ਲਾ, ਉਹਦੇ 'ਚੋਂ ਗੁਣ ਸਿੱਖ ਵਫਾਦਾਰੀ ਦਾ। ਉਸ ਭਗਤ ਕਬੀਰ ਜੀ ਕਹਿਣ ਲੱਗੇ ਮੈਂ ਕੁੱਤਾ ਹਾਂ। ਭਗਤਾਂ ਨੇ ਕਿਹਾ, ਰੱਬ ਦੇ ਪਿਆਰੇ ਸਭਨਾਂ ਨੇ ਗੱਲ ਸਵੀਕਾਰ ਕੀਤੀ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੱਚੈ ਤਾਂ ਜਾਉ। ਭਗਤ ਕਬੀਰ ਜੀ ਕਹਿੰਦੇ ਮੈਂ ਕੂਕਰ ਹਾਂ, ਗੁਣ ਹੈ ਉਹਦਾ, ਵਫਾਦਾਰੀ ਹੈ ਉਹਦੇ ਅੰਦਰ। ਮੈਂ ਮਾਲਕ ਦਾ ਕੂਕਰ ਹਾਂ, ਹੁਕਮ ਦੀ ਰੱਸੀ ਪਟਾ ਮੇਰੇ ਗਲ 'ਚ ਪਿਆ, ਜਿੱਧਰ ਖਿੱਚਦਾ ਹੈ ਮੈਂ ਉੱਧਰ ਹੀ ਜਾਂਦਾ। ਮੈਂ ਉਹਦੇ ਹੁਕਮ ਤੋਂ, ਉਹਦੀ ਰਜਾ ਤੋਂ, ਮਾਲਕ ਦੀ ਆਗਿਆ ਤੋਂ ਬਾਹਰ ਨਹੀਂ ਹਾਂ। ਕਿਹਾ ਭਗਤਾਂ ਨੇ ਮੈਂ ਕੂਕਰ ਹਾਂ। ਸੇਧ ਲਈ ਹੈ ਕੂਕਰ ਕੋਲੋਂ। ਬਾਬਾ ਬੁੱਲੇ ਸ਼ਾਹ, ਉਹਦਾ ਦਾ ਸੈਯਦ ਸਨ ਬਾਬਾ ਬੁੱਲੇ ਸ਼ਾਹ, ਉਹਨਾਂ ਦਾ ਪੀਰ ਅਨਾਇਤ ਸ਼ਾਹ। ਚਲੋ ਕੋਈ ਰਸੇਵਾ ਹੋ ਗਿਆ। ਕਈ ਵਾਰ ਬੰਦੇ ਨੂੰ ਕੁਝ ਪ੍ਰਾਪਤੀ ਹੁੰਦੀ ਹੈ, ਫਿਰ ਲੁਕਾਈ ਨਹੀਂ ਜਾਂਦੀ, ਮੁਸ਼ਕਿਲ ਹੈ। ਅਤੇ ਬਾਬਾ ਬੁੱਲੇ ਸ਼ਾਹ ਅੱਜ ਉਸ ਪੀਰ ਨੇ ਕਹਿ ਤਾ ਵੀ ਨਹੀਂ, ਹੁਣ ਆਪਣਾ ਸੰਬੰਧ ਨਹੀਂ ਹੈ। ਅਤੇ ਬਾਬਾ ਬੁੱਲੇ ਸ਼ਾਹ ਅੱਜ ਵੇਖਦਾ ਇੱਕ ਕੁੱਕਰ ਨੂੰ, ਕੁੱਤੇ ਨੂੰ, ਮਾਲਕ ਨੇ ਝਿੜਕਿਆ, ਮਾਰਿਆ, ਕੁੱਟਿਆ। ਫਿਰ ਉਹ ਮਾਲਕ ਦੇ ਸਾਹਮਣੇ ਘਰ ਦੇ ਬਾਹਰ ਰੂੜੀ 'ਤੇ ਬਹਿ ਕੇ ਮਾਲਕ ਦੇ ਘਰ ਵੱਲ ਵੇਖ ਰਿਹਾ ਵੀ ਕੋਈ ਗੱਲ ਨਹੀਂ, ਮਾਲਕ ਨੇ ਮਾਰਿਆ ਕਦੇ ਤੇ ਬੂਹਾ ਖੋਲ੍ਹੇਗਾ ਹੀ ਨਾ। ਅਤੇ ਬਾਬਾ ਬੁੱਲੇ ਸ਼ਾਹ ਕਹਿਣ ਲੱਗੇ ਵੀ ਇਸੇ ਤਰ੍ਹਾਂ ਹੈ ਬੁੱਲਿਆ,
ਆ ਕੁੱਤੇ ਕੋਲ ਸਬਰ ਵੇਖ। ਮਾਲਕ ਨੇ ਝਿੜਕਿਆ, ਮਾਰਿਆ, ਫਿਰ ਮਾਲਕ ਦਾ ਬੂਹਾ ਤੱਕ ਰਿਹਾ। ਤੇ ਬਾਬਾ ਬੁੱਲੇ ਸ਼ਾਹ ਕਹਿਣ ਲੱਗੇ, ਥੋੜ੍ਹੀ ਜੀ ਤੂੰ ਬੰਦਗੀ ਕੀਤੀ ਬੁੱਲਿਆ, ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਏ। ਰਾਤ ਜਾਗੇ ਤੇ ਪੀਰ ਸਦਾਵੇਂ, ਰਾਤੀ ਜਾਗਣ ਕੁੱਤੇ, ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ, ਵੱਜਣ 100 ਜੁੱਤੇ। ਉੱਠ ਬੁੱਲਿਆ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਨਹੀਂ ਤੇ ਵਫਾਦਾਰੀ ਚੋਂ ਬਾਜੀ ਲੈ ਗਏ ਹੋ, ਆਸ ਨਹੀਂ ਮਾਲਕ ਦੀ ਛੱਡੀ, ਲੈ ਗਏ ਬਾਜੀ। ਸੇਧ ਮਿਲ ਗਈ ਨਾ ਕੁੱਤੇ ਕੋਲੋਂ, ਇੱਕ ਰਾਹ ਮਿਲ ਗਿਆ ਵੀ ਨਹੀਂ। ਹੁਣ ਸਤਿਗੁਰ ਕਹਿ ਰਹੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਿੱਖ ਆਪਾਂ ਕਈ ਵਾਰ ਪੁੱਛਦੇ ਹਾਂ ਸਿਮਰਨ ਕਿੱਦਾਂ ਕਰੀਏ। ਸਤਿਗੁਰੂ ਦੱਸ ਰਹੇ ਨੇ ਸਿਮਰਨ ਕਿੱਦਾਂ ਕਰਨਾ ਹੈ। ਸਾਹਿਬ ਜੀ ਕਹਿੰਦੇ ਤੇਰੇ ਸਿਮਰਨ ਵਿੱਚ ਇੱਕ ਕੁੱਤਾ ਜਿਹੜਾ ਉਹਦੇ 'ਚ ਗੁਣ ਹੈ ਨਾ, ਮਾਲਕ ਦੇ ਦਰ 'ਤੇ ਪਏ ਰਹਿਣ ਦਾ। ਤੇਰੇ ਸਿਮਰਨ ਦੇ ਅੰਦਰ ਵੀ ਐਸਾ ਵਿਸ਼ਵਾਸ ਹੋਏ, ਭਰੋਸਾ ਹੋਏ। ਜਦੋਂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਮਰਨ ਦੀ ਗੱਲ ਕੀਤੀ ਹੈ, ਕਿਵੇਂ ਭਜਨਾ ਹੈ, ਸਾਹਿਬ ਜੀ ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਯਾਦ ਰੱਖਦੀ ਹੈ। ਕਿਵੇਂ ਸਿਮਰਨ ਕਰੀਏ? ਸਤਿਗੁਰੂ ਕਹਿੰਦੇ ਜਿਵੇਂ ਇੱਕ ਕੁੱਤਾ ਹੈ, ਆਪਣੇ ਮਾਲਕ ਦੇ ਦਰ ਨੂੰ, ਘਰ ਨੂੰ ਛੱਡਦਾ ਨਹੀਂ। ਇੱਥੋਂ ਸਿੱਖ ਤੇਰੇ ਸਿਮਰਨ ਵਿੱਚ, ਤੇਰੀ ਭਗਤੀ ਦੇ ਕਰਮ ਦੇ ਅੰਦਰ ਉਹ ਵਿਸ਼ਵਾਸ ਚਾਹੀਦਾ ਹੈ। ਠੀਕ ਹੈ, ਮਨ ਡੋਲੇਗਾ। ਲਾਹੌਰ ਦਾ ਸਾਈਂ ਫਕੀਰ ਹੈ, ਮਨ ਡੋਲਦਾ, ਕਦੇ ਇੱਧਰ ਘਰ ਛੱਡਦਾ ਕਿ ਘਰ ਰਵਾਂ, ਕਿ ਕੀ ਕਰਾਂ ਕੀ ਨਾ ਕਰਾਂ, ਮਨ ਡੋਲਦਾ। ਅੱਜ ਇੱਕ ਤਲਾਅ ਸੀ, ਕੋਈ ਛੱਪੜ ਸੀ, ਉਹਦੇ ਕਿਨਾਰੇ ਬੈਠਾ ਸੋਚ ਰਿਹਾ। ਇੱਕ ਕੁੱਤਾ ਆਇਆ, ਪਿਆਸਾ ਸੀ ਬਹੁਤ। ਉਹਨੇ ਆ ਕੇ ਇੱਕਦਮ ਜਦੋਂ ਪਾਣੀ ਵਿੱਚ ਮੂੰਹ ਮਾਰਨਾ ਚਾਹਿਆ, ਉਹਨੂੰ ਪਾਣੀ 'ਚੋਂ ਕੁੱਤਾ ਦਿਸਿਆ, ਪਰਛਾਵਾਂ ਦਿਸਿਆ ਆਪਣਾ। ਤੇ ਕੁੱਤਾ ਭੌਂਕਿਆ, ਉਹਨੂੰ ਲੱਗਾ ਵੀ ਅੰਦਰ ਵਾਲਾ ਕੁੱਤਾ ਵੀ ਭੌਂਕ ਰਿਹਾ, ਫਿਰ ਮੁੜ ਗਿਆ। ਦੁਬਾਰਾ ਫੇਰ ਆਇਆ, ਫੇਰ ਅੰਦਰੋਂ ਕੁੱਤਾ ਦਿਸਿਆ, ਫੇਰ ਉਹ ਮੁੜ ਗਿਆ। ਹੁਣ ਪਿਆਸਾ ਜ਼ਿਆਦਾ ਸੀ। ਤੀਜੀ ਵਾਰ ਉਹ ਕੁੱਤੇ ਨੇ ਨਿਰਣਾ ਕੀਤਾ ਵੀ ਮਨਾ ਪਹਿਲੋਂ ਅੰਦਰ ਵਾਲੇ ਕੁੱਤੇ ਨਾਲ ਨਿਬੜ ਲਵਾਂ, ਫਿਰ ਬਾਅਦ 'ਚ ਪਾਣੀ ਪੀਵਾਂਗਾ। ਜਦੋਂ ਯਕਦਮ ਉਹਨੇ ਪਾਣੀ 'ਚ ਛਾਲ ਮਾਰੀ, ਅੰਦਰ ਵਾਲਾ ਕੁੱਤਾ ਲੋਪ ਹੋ ਗਿਆ। ਰੱਜ ਕੇ ਪਾਣੀ ਪੀਤਾ। ਚੇਲੇ ਪੁੱਛ ਰਹੇ ਸਨ, ਸਾਈਂ ਕਿੱਥੋਂ ਧਰਮ ਪ੍ਰਾਪਤ ਕੀਤਾ ਹੈ? ਮਰਦੇ ਦਮ ਤੱਕ ਤੁਸੀਂ ਦੱਸਿਆ ਨਹੀਂ, ਚੱਲੇ ਹੋ ਕਿੱਥੋਂ? ਉਹਨੇ ਕਿਹਾ ਮੈਂ ਕੁੱਤੇ ਕੋਲੋਂ ਸਿੱਖਿਆ। ਮੈਂ ਕੁੱਤੇ ਕੋਲੋਂ ਉਹ ਭਰੋਸਾ ਸਿੱਖਿਆ, ਜਿਵੇਂ ਕੁੱਤੇ ਨੇ ਪਾਣੀ 'ਚ ਮਾਰੀ ਛਾਲ, ਦੂਜਾ ਕੁੱਤਾ ਲੋਪ ਹੋ ਗਿਆ। ਕਹਿਣ ਲੱਗਾ ਬਸ ਉਦਣ ਤੋਂ ਹੀ ਮੈਂ ਬੰਦਗੀ ਕਰਕੇ ਰੱਬ ਦੇ ਹੁਕਮ ਭਾਣੇ ਛਾਲ ਮਾਰਦੀ, ਸਮਰਪਿਤ ਕਰਤਾ ਮਾਲਕ ਵਾਹਿਗੁਰੂ। ਹੇ ਵਾਹਿਗੁਰੂ, ਹੇ ਮੇਰੇ ਮਾਲਕ, ਮੈਂ ਤੇਰਾ ਹਾਂ ਬਸ, ਹੋਰ ਕਿਸੇ ਦਾ ਨਹੀਂ। ਕਹਿੰਦਾ ਉਦਣ ਤੋਂ ਹੀ ਫਿਰ ਮੇਰੀ ਵੀ ਉਸ ਬੰਦਗੀ ਦੇ ਰੱਬੀ ਰਜਾ ਦੇ ਡੂੰਘੇ ਸਾਗਰ ਵਿੱਚ ਐਸੀ ਛਲਾਂਗ ਵੱਜੀ, ਦੁਬਾਰਾ ਉਸ ਰਸ ਵਿੱਚੋਂ ਮੈਂ ਨਿਕਲ ਹੀ ਨਹੀਂ ਸਕਿਆ। ਜਿਹਨੇ ਇਸ ਤਰ੍ਹਾਂ ਦਾ ਸਮਰਪਣ ਕੀਤਾ, ਆ ਕੁੱਤਾ ਸਮਰਪਣ ਕਰ ਰਿਹਾ ਮਾਲਕ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਾਂ, ਸੰਘਰਸ਼ ਤੇ ਸਮਰਪਣ ਇਹ ਦੋ ਚਾਹੀਦੇ ਨੇ, ਸਿੱਖ ਹਰੇਕ ਦੇ ਜੀਵਨ ਚਾਹੀਦੇ ਨੇ। ਪਰ ਅਸੀਂ ਕਈ ਵਾਰ ਵਰਤਦੇ ਇਸ ਨੂੰ ਉਲਟਾ। ਸੰਘਰਸ਼ ਸੰਸਾਰ 'ਚ ਹੈ, ਰੋਟੀ ਐਵੇਂ ਤੇ ਨਹੀਂ ਨਾ ਕਮਾਈ ਜਾਣੀ, ਕੁਝ ਕਰਨਾ ਪੈਣਾ, ਕੁਝ ਪੜ੍ਹਨਾ ਪੈਣਾ, ਦੁਕਾਨ ਖੋਲ੍ਹਣੀ ਪੈਣੀ, ਖੇਤੀ ਕਰਨੀ, ਕੁਝ ਨਾ ਕੁਝ ਤੇ ਸਕਿੱਲ ਚਾਹੀਦੀ, ਕੰਮ ਚਾਹੀਦਾ, ਮਿਹਨਤ ਚਾਹੀਦੀ ਹੈ। ਆ ਸੰਘਰਸ਼ ਹੀ ਹੈ ਜ਼ਿੰਦਗੀ। ਵੇਖਦੇ ਹਾਂ ਅੱਜ ਕੱਲ੍ਹ ਤੇ ਥੋੜ੍ਹਾ ਜਿਹਾ ਹੋਰ ਮੁਸ਼ਕਿਲ ਹੋ ਗਿਆ। ਇੱਕ ਹੈ ਸਮਰਪਣ। ਗੁਰਮੁਖੋ, ਸੰਘਰਸ਼ ਸੰਸਾਰ 'ਚ ਹੈ, ਸਮਰਪਣ ਨਿਰੰਕਾਰ ਦੇ ਅੱਗੇ, ਗੁਰੂ ਅੱਗੇ ਸਮਰਪਣ ਹੈ। ਸੰਘਰਸ਼ ਸੰਸਾਰ 'ਚ ਅਸੀਂ ਕਈ ਵਾਰ ਉਲਟਾ ਕਰ ਦਿੰਦੇ ਹਾਂ। ਸੰਸਾਰ 'ਚ ਸਮਰਪਣ ਕਰਤਾ, ਜਿਹਨੇ ਜੋ ਕਿਹਾ ਉਹ ਗੱਲ ਮੰਨ ਲਈ। ਪੁੱਛੋ ਜੀ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ? ਕਹਿੰਦਾ ਜੀ ਕੀ ਕਰੀਏ, ਰਿਸ਼ਤੇਦਾਰ ਨਹੀਂ ਮੰਨਦੇ, ਸਮਰਪਣ ਕਰਤਾ ਰਿਸ਼ਤੇਦਾਰਾਂ।
ਪਰ ਜਦੋਂ ਧਰਮ ਦੀ ਗੱਲ ਆਈ, ਨਿਤਨੇਮ ਦੀ, ਕੁਝ ਵੀ ਹੈ, ਬੰਦਾ ਸੰਘਰਸ਼ ਕਰਦਾ। ਬੰਦਾ ਕਿਉਂ? ਤੇ ਤਾਂ ਹੀ ਆਪਾਂ ਪੜ੍ਹਦੇ ਹਾਂ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੇ। ਇਹਦਾ ਭਾਵ ਕੀ ਹੈ? ਭਾਈ ਇਹ ਰਾਹ ਐਸਾ ਹੈ, ਇਹ ਸਮਰਪਣ ਤੋਂ ਹੀ ਸ਼ੁਰੂ ਹੋਣਾ ਹੈ। ਇਸ ਰਾਹ ਤੇ ਸਿਰ ਰੱਖਿਆ ਫੇਰ ਤੁਰਿਆ ਜਾਂਦਾ ਹੈ, ਨਹੀਂ ਤੇ ਨਹੀਂ। ਸਿਰ ਤੋਂ ਬਿਨਾਂ ਤੁਰੇ ਨੇ ਜਿਹੜੇ ਵੀ ਤੁਰੇ ਨੇ ਇਸ ਰਾਹ ਤੇ, ਸਿਰ ਤੇ ਸੌਂਪਤਾ, ਸਮਰਪਿਤ ਕਰਤਾ। ਸੋ ਇੱਥੇ ਮਾਲਕ ਅੱਗੇ ਸਮਰਪਣ ਹੈ। ਪਹਿਲਾਂ ਮਾਲਕ ਸਮਰਪਣ ਹੈ ਤੇਰੇ ਅੱਗੇ। ਸੰਸਾਰ ਵਿੱਚ ਸੰਘਰਸ਼ ਹੈ, ਤੇ ਸਾਹਿਬ ਜੀ ਕਹਿੰਦੇ ਸਿਮਰਨ ਕਰਨਾ ਐਸਾ ਸਮਰਪਣ ਹੋਏ ਕੁੱਤੇ ਵਰਗਾ, ਐਸਾ ਤੇਰੇ ਅੰਦਰ ਭਰੋਸਾ ਹੋਏ ਮਾਲਕ ਦੇ ਪ੍ਰਤੀ। ਕੋਈ ਗੱਲ ਨਹੀਂ, ਦੋ ਚਾਰ ਝਿੜਕਾਂ, ਜੇ ਦੁੱਖ ਸੁੱਖ ਵੀ ਆਇਆ ਨਾ, ਚਲੋ, ਕਿਉਂਕਿ ਅਕਾਲ ਪੁਰਖ ਦੁੱਖ ਦੇ ਕੇ ਵੀ ਪਰਖਦਾ ਹੈ, ਸੁੱਖ ਦੇ ਕੇ ਵੀ ਪਰਖਦਾ ਹੈ। ਦੁੱਖ ਸੁੱਖ ਜ਼ਿੰਦਗੀ ਦੀ ਇੱਕ ਕਸਵੱਟੀ ਹੈ, ਸਾਡੀ ਕਸਵੱਟੀ ਹੈ ਮਾਲਕ ਵਾਹਿਗੁਰੂ ਦੀ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਪਾਣੀ ਕਾਠ ਨਾ ਡੋਬੀ ਪਾਲੇ ਦੀ ਲੱਜੈ, ਸਿਰ ਕਰਵਤ ਧਰਾਏ ਕੈ ਸਿਰ ਚੜਿਆ ਭਜੈ। ਪਾਣੀ ਲੱਕੜ ਨੂੰ ਡੋਬਦਾ ਨਹੀਂ ਹੈ। ਕਿਉਂ? ਸੰਗਤ ਕਹਿਣ ਲੱਗੀ ਕਿਉਂ ਭਾਈ ਸਾਹਿਬ ਜੀ? ਭਾਈ ਗੁਰਦਾਸ ਜੀ ਕਹਿੰਦੇ ਤਾਂ ਕਰਕੇ ਕਿਉਂਕਿ ਪਾਣੀ ਨੇ ਲੱਕੜ ਨੂੰ ਪਾਲਿਆ ਹੁੰਦਾ ਹੈ। ਪਾਣੀ ਨੇ ਪਾਲਿਆ, ਬਨਸਪਤੀ ਪਾਣੀ ਤੋਂ ਬਿਨਾਂ ਕਿੱਥੇ? ਪਾਲੇ ਦੀ ਲੱਜੈ, ਪਾਲਿਆ। ਹੁਣ ਉਹੀ ਲੱਕੜ, ਕਿੰਨਾ ਲੋਹਾ ਜਹਾਜ਼ ਬਣਦਾ, ਬੇੜਾ ਬਣਦਾ, ਲੱਕੜ ਦੇ ਸਹਾਰੇ ਲੋਹਾ ਵੀ ਤਰ ਜਾਂਦਾ ਹੈ। ਤੇ ਸੂਝਵਾਨ ਬੈਠੇ ਸਨ ਸਿੱਖ। ਇੱਕ ਸਿੱਖ ਉੱਠ ਕੇ ਕਹਿੰਦਾ, ਭਾਈ ਸਾਹਿਬ ਜੀ ਮਨ 'ਚ ਸ਼ੰਕਾ ਆ ਗਿਆ, ਸਵਾਲ ਆ ਗਿਆ, ਦੱਸੋ ਭਾਈ ਸਾਹਿਬ ਜੀ, ਚੰਦਨ ਨੂੰ ਫਿਰ ਪਾਣੀ ਕਿਉਂ ਡੋਬਦਾ? ਕਿਉਂਕਿ ਚੰਦਨ, ਸ਼ੁੱਧ ਚੰਦਨ ਪਾਣੀ 'ਚ ਡੁੱਬ ਜਾਂਦੀ ਹੈ। ਪੁਰਾਣੇ ਸਮੇਂ 'ਚ ਜਦੋਂ ਚੰਦਨ ਪਰਖਦੇ ਸਨ ਇਸ ਕਸਵੱਟੀ ਨਾਲ, ਚੰਦਨ ਨੂੰ ਪਾਣੀ ਕਿਉਂ ਡੋਬਦਾ ਹੈ? ਉਹਨੂੰ ਤੇ ਪਾਲਿਆ। ਭਾਈ ਸਾਹਿਬ ਜੀ ਕਹਿੰਦੇ ਚੰਦਨ ਨੂੰ ਪਾਣੀ ਤਾਂ ਡੋਬਦਾ ਹੈ ਕਿਉਂਕਿ ਜੇ ਪਾਣੀ ਨਾ ਡੋਬੇ, ਕਿਸੇ ਨੇ ਉਹਦੇ ਕੋਲੇ ਬਣਾ ਦੇਣੇ ਨੇ, ਚੁੱਲ੍ਹੇ 'ਚ ਸਾੜ ਦੇਣਾ। ਉਹਦੀ ਅਮੋਲਕਤਾ ਬਣੀ ਰਹੇ, ਉਹਦੀ ਕੀਮਤ ਬਣੀ ਰਹੇ। ਤੇ ਭਾਈ ਸਾਹਿਬ ਜੀ ਕਹਿੰਦੇ ਬਸ ਇਸੇ ਤਰ੍ਹਾਂ ਗੁਰਮੁਖ ਮਾਰਗ ਚੱਲਣਾ, ਛੱਡ ਖੱਬੇ ਸੱਜੇ। ਆ ਮਾਲਕ ਨੇ ਕੁਝ ਸੁੱਖ ਦਿੱਤਾ ਹੈ, ਪਰਖ ਹੈ ਵਾਹਿਗੁਰੂ ਵੱਲੋਂ, ਉਹਦੇ ਭਾਣੇ 'ਚ ਕੁਝ ਦੁੱਖ ਆ ਗਿਆ, ਸਮਝ ਲਈ ਇਹ ਵੀ ਜੀਵਨ ਵਿੱਚ ਕੋਈ ਅਮੋਲਕਤਾ ਮਾਲਕ ਕਾਇਮ ਰੱਖਣਾ ਚਾਹੁੰਦੇ ਨੇ, ਉਹਦੀ ਅਮੋਲਕਤਾ ਬਣੀ ਰਹੇ। ਤਾਂ ਹੀ ਸਾਹਿਬ ਜੀ ਕਹਿੰਦੇ ਦੁੱਖ ਵੀ ਚੰਗਾ ਹੈ, ਰੱਬ ਦੀ ਯਾਦ ਨਾਲ ਬੰਦਾ ਜੁੜਦਾ, ਦਾਰੂ ਬਣ ਜਾਂਦਾ ਹੈ। ਅਮੋਲਕਤਾ ਹੈ, ਇਹ ਕਰਤੇ ਦੀ ਅਮੋਲਕ ਹੈ। ਹਾਂ ਝਿੜਕਿਆ, ਮਿੱਠਾ ਲੱਗਾ, ਠੀਕ ਹੈ, ਜਿੱਦਾਂ ਮੇਰੇ ਮਾਲਕ ਰੱਖੇ। ਸਿਮਰਨ ਅੰਦਰ ਐਸਾ ਸਬਰ ਚਾਹੀਦਾ ਹੈ, ਭਰੋਸਾ ਚਾਹੀਦਾ ਹੈ। ਤੇ ਭਾਈ ਨੰਦ ਲਾਲ ਜੀ ਦੀਆਂ ਅੱਖਾਂ 'ਚੋਂ ਵੀ ਅੱਜ ਅਥਰੂ ਸਨ। ਸਤਿਗੁਰੂ ਮੈਂ ਵੇਖਿਆ ਰੋਜ਼ ਕੂਕਰ ਨੂੰ ਬੁਰਕੀ ਪੈ ਜਾਂਦੀ ਹੈ। ਸਤਿਗੁਰੂ ਮੇਰੇ ਵੱਲ ਨਹੀਂ ਤੁਸੀਂ ਬੁਰਕੀ ਸੁੱਟਦੇ, ਪਰ ਸਤਿਗੁਰੂ ਇਹਦੇ 'ਚ ਕਸੂਰ ਮੇਰਾ ਹੀ ਹੈ, ਕਿਉਂਕਿ ਲੱਗਦਾ ਉਹ ਤੇ ਕੂਕਰ ਬਣ ਗਿਆ, ਮੈਂ ਤੇਰੇ ਦਰ ਦਾ ਨਹੀਂ ਬਣ ਸਕਿਆ ਕੂਕਰ। ਅਜੇ ਸ਼ਾਇਦ ਮੇਰੇ 'ਚੋਂ ਭਰੋਸਾ ਨਹੀਂ ਬਣਿਆ, ਟੇਕ ਨਹੀਂ ਬਣੀ। ਤੇ ਜਿੱਦਣ ਟੇਕ ਬਣੀ ਸਤਿਗੁਰੂ ਉਦਣ ਮੇਰੇ ਜੀਵਨ 'ਚ ਵੀ ਬਰਕਤ ਵਰਤ ਜਾਣੀ, ਵਰਤੀ ਬਰਕਤ। ਜਿਨ੍ਹਾਂ ਨੇ ਕਿਹਾ ਵੀ ਨਹੀਂ ਹੁਣ ਮੇਰੀ ਹਰਕਤ ਨਹੀਂ, ਕੋਈ ਮੇਰਾ ਕੁਝ ਨਹੀਂ ਹੋਣਾ, ਮੇਰੇ ਮਾਲਕ ਸਭ ਕੁਝ ਤੇਰਾ ਹੈ। ਇਹ ਸਿਮਰਨ ਦੀ ਜੁਗਤੀ ਸਤਿਗੁਰੂ ਨੇ ਸਾਨੂੰ ਸਮਝਾਈ ਹੈ। ਸਮਰਪਿਤ ਹੋ ਜਾਣਾ, ਵਿਸ਼ਵਾਸ ਭਰੋਸੇ ਨਾਲ ਵੱਧ ਜਾਣਾ। ਇਹ ਮਾਰਗ ਸੌਖਾ ਨਹੀਂ। ਬਾਹਰੀ ਤੌਰ 'ਤੇ ਆਪਾਂ ਪੈਮਾਨੇ ਰੱਖੇ ਨੇ, ਚਲੋ ਸਾਡੀ ਅਕੈਡਮਿਕ ਐਜੂਕੇਸ਼ਨ ਹੈ ਜਿਹੜੀ, ਸਾਡਾ ਜੋ ਵੀ ਮਿਆਰ ਹੈ ਸਮਾਜ ਦਾ, ਆਪਾਂ 18 ਸਾਲ ਦਾ ਬੱਚਾ ਕਹਿੰਦੇ ਸਿਆਣਾ ਹੋ ਗਿਆ, ਚਲੋ ਮਿਆਰ ਹੈ ਸਾਡੇ। ਪਰ ਇਹ ਮਾਰਗ ਨਿਰਧਾਰਤ ਨਹੀਂ ਹੈ, ਯਾਦ ਰੱਖਿਓ। ਧਰਮ ਦਾ ਮਾਰਗ ਹੈ ਨਾ ਜਿਹੜਾ, ਨਿਰਧਾਰਤ ਨਹੀਂ ਹੈ। ਮੰਨੈ ਮੱਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਇਹ ਬਣੇ ਬਣਾਏ ਰੋਡ ਨਹੀਂ ਮਿਲਨੇ, ਜੀਟੀ ਰੋਡ 'ਤੇ ਚੜ੍ਹੇ ਤੇ ਪਹੁੰਚ ਗਏ। ਇਹ ਤੇ ਆਪ ਤੁਰਾਂਗੇ ਬਣਨਾ ਹੈ, ਇਹ ਤੇ ਤੁਰਾਂਗੇ ਤਾਂ ਰਸਤਾ ਬਣਨਾ ਹੈ। ਬਣਿਆ ਹਾਂ ਠੀਕ ਹੈ, ਸੰਗਤ ਦਾ ਸਹਾਰਾ ਮਿਲ ਜਾਂਦਾ ਹੈ, ਕਿਸੇ ਗੁਰਮੁਖ ਦੇ ਕੋਲੋਂ ਕੋਈ ਜੁਗਤੀ ਮਿਲ ਜਾਂਦੀ ਹੈ।
ਪਰ ਤੁਰਨਾ ਆਪ ਪੈਣਾ ਹੈ, ਮਾਰਗ ਆਪ ਬਣਾਉਣਾ ਪੈਣਾ ਹੈ। ਤੇ ਪਤਾ ਨਹੀਂ, ਕਈ ਤੇ ਇੱਕ ਦਿਨ 'ਚ ਹੀ ਬਖਸ਼ੇ ਗਏ, ਤੇ ਕਈਆਂ ਨੂੰ ਕਈ ਕਈ ਸਾਲ ਹੋ ਗਏ, ਤੇ ਕਈਆਂ ਨੂੰ ਕਈ ਜਨਮਾਂ ਤੱਕ ਦੀ ਵੀ ਉਡੀਕ ਹੈ। ਇਹ ਤੇ ਮਾਰਗ ਹੀ ਇਸ ਤਰ੍ਹਾਂ ਦਾ। ਪਰ ਜਿਹੜਾ ਵੀ ਪਿਆ ਇਸ ਮਾਰਗ ਤੇ, ਕਿਸਾਨ ਧਰਤੀ ਦੇ ਸਪੁਰਦ ਬੀਜ ਕਰਦਾ, ਉਡੀਕਦਾ ਹੀ ਆ ਨਾ 6 ਮਹੀਨੇ। ਬੱਚੇ ਨੂੰ ਆਪਾਂ ਪੜ੍ਹਾਉਂਦੇ ਹਾਂ, ਪੜ੍ਹਾਉਂਦਿਆਂ ਕਿੰਨੇ ਸਾਲ ਤੱਕ ਉਡੀਕਦੇ ਵੀ ਹੁਣ ਜੋਬ, ਹੁਣ ਜੋਬ। ਕਿੰਨੀ ਉਡੀਕ, ਇੱਕਦਮ ਥੋੜ੍ਹਾ ਕੁਝ ਮਿਲ ਗਿਆ। ਤੇ ਗੁਰਮੁਖੋ, ਇਹ ਵੀ ਮਾਰਗ ਇਸੇ ਤਰ੍ਹਾਂ ਹੈ। ਸਾਡਾ ਫਰਜ਼ ਹੈ ਬਾਣੀ ਦਾ, ਨਿਤਨੇਮ ਦਾ, ਪਾਠ ਦਾ, ਸਹਿਜ ਦਾ। ਬਾਕੀ ਹਿਰਦੇ 'ਚ ਵਸਣਾ, ਇਹ ਮਾਲਕ ਤੇਰੀ ਕਿਰਪਾ ਹੈ, ਇਹ ਤੇਰੀ ਬਖਸ਼ਿਸ਼ ਹੈ ਜਦੋਂ ਤੂੰ ਵਰਤਾ ਦੇ। ਪਰ ਆਸ ਹੈ ਮਾਲਕ, ਵਰਤਾਏਂਗਾ ਤੂੰ ਜ਼ਰੂਰ, ਬਖਸ਼ੇਂਗਾ ਤੂੰ ਜ਼ਰੂਰ। ਕਾਹਲ ਦਾ ਮਾਰਗ ਨਹੀਂ ਹੈ, ਜਲਦਬਾਜ਼ੀ ਦਾ ਮਾਰਗ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਵਿਸ਼ਵਾਸ ਬਣੇ। ਜਿਵੇਂ ਇੱਕ ਮਾਲਕ ਦੇ ਦਰ ਨੂੰ ਕਦੇ ਵੀ ਸਵਾਣ ਨਹੀਂ ਛੱਡਦਾ। ਸੁਆਮੀ ਕੋ ਗ੍ਰਹਿ, ਕਈ ਵਾਰ ਆਪਾਂ ਨੂੰ ਗ੍ਰਹਿ ਪੜ੍ਹ ਜਾਂਦੇ ਹਾਂ। ਗੱਗੇ ਨੂੰ ਸਿਹਾਰੀ ਹੈ, ਪੈਰ 'ਚ ਰਾਰਾ ਹੈ, ਉਹ ਸਿਹਾਰੀ ਰਾਰੇ ਨੂੰ ਲੱਗਣੀ ਹੈ। ਗ੍ਰਹਿ, ਗ੍ਰਹਿ ਘਰ ਵਿੱਚ ਇੱਕ ਹੁੰਦਾ ਗ੍ਰਹਿ, ਜਿਵੇਂ ਤਾਰਾ ਮੰਡਲ ਹੈ, ਗ੍ਰਹਿ ਨਛੱਤਰ। ਸੋ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਕੁੱਤਾ ਕਦੇ ਨਹੀਂ ਛੱਡਦਾ, ਮਾਲਕ ਦੇ ਦਰ ਨੂੰ ਭੁੱਲਦਾ ਵੀ ਨਹੀਂ। ਉਹਨੂੰ ਛੱਡ ਕੇ ਆਓ, ਫਿਰ ਮੁੜ ਕੇ ਭੱਜ ਕੇ ਆ ਜਾਂਦਾ। ਨਾਨਕ ਇਹ ਬਿਧ ਹਰ ਭਜੋ, ਇਸ ਵਿਧੀ ਨਾਲ, ਇਸ ਜੁਗਤੀ ਨਾਲ ਮਾਲਕ ਨੂੰ ਚੇਤੇ ਕਰੋ। ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ, ਸਾਵਧਾਨ ਹੋ ਕੇ। ਉਹ ਠੀਕ ਹੈ, ਸਾਹਿਬ ਗੁਰੂ ਨਾਨਕ ਗੁਰੂਦੇਵ ਕਹਿੰਦੇ ਵੀ ਬੀਜ ਜੇ 2 ਫਾੜ ਹੋਏ ਨਹੀਂ ਉੱਗੇਗਾ। ਬੀਜ ਤਾਂ ਹੀ ਉੱਗੇਗਾ ਜੇ ਇੱਕ ਹੋਏਗਾ। ਜੇ ਉਹਦਾ ਦਾਲ ਬਣਿਆ ਜਾਂ ਦਲੀਆ ਬਣਿਆ, ਫਿਰ ਕਿੱਥੋਂ ਕਣਕ ਨੇ ਉੱਗ ਜਾਣਾ। ਇਸ ਵਾਸਤੇ ਮਨ ਦਾ ਵੀ ਇੱਕ ਹੋਣਾ ਜ਼ਰੂਰੀ ਹੈ। ਭਾਵੇਂ ਠੀਕ ਹੈ, ਮਨ ਦੇ ਕਈ ਰਾਹ ਨੇ। ਸਰੀਰ ਪੈਰਾਂ ਨਾਲ ਤੁਰਦਾ ਹੈ, ਕਾਰ ਗੱਡੀ ਟਾਇਰਾਂ ਨਾਲ ਤੁਰਦੀ ਹੈ, ਮਨ ਵਿਚਾਰਾਂ ਨਾਲ ਤੁਰਦਾ ਹੈ। ਮਨ ਨਾ ਕਾਰ 'ਤੇ ਚੜ੍ਹ ਕੇ ਆਉਂਦਾ, ਸਰੀਰ ਕਾਰ 'ਤੇ ਚੜ੍ਹ ਕੇ ਆ ਗਿਆ, ਮਨ ਕਈ ਵਾਰ ਹੋਰ ਪਾਸੇ ਚਲਾ ਗਿਆ। ਸਰੀਰ ਵਿਚਾਰ ਦੇ ਸਾਰੇ, ਤੇ ਇੱਕ ਨਹੀਂ, ਅਨੰਤ ਵਿਚਾਰਾਂ ਨੇ ਮਨ ਅੰਦਰ, ਅਨੰਤ ਖਿਆਲ ਨੇ ਇਹਦੇ ਵਿੱਚ। ਤੇ ਪਰ ਹਾਂ, ਯਤਨ ਕਰਨਾ ਗੁਰਮਤਿ ਅਨੁਸਾਰ, ਸਹਿਜ ਮਾਰਗ ਹੈ। ਯਤਨ ਕਰਨਾ। ਕਈ ਵਾਰ ਇਹ ਨਹੀਂ ਵੀ ਪਤਾ ਹੀ ਨਾ ਲੱਗੇ, ਜਪਜੀ ਸਾਹਿਬ ਪੜ੍ਹਦਿਆਂ ਰਹਿ ਰਾਸ ਆ ਗਈ, ਰਹਿ ਰਾਸ ਸਾਹਿਬ ਪੜ੍ਹਦਿਆਂ ਸੋ ਦਰਦਾ ਬੰਦ, ਅੱਗੇ ਜਪਜੀ ਦਾ ਸ਼ੁਰੂ ਹੋ ਗਿਆ। ਉਹ ਸ਼ਾਇਦ ਮੇਰੇ ਸਤਿਗੁਰੂ ਨੇ ਤਾਂ ਹੀ ਇਹ ਕਿਰਪਾ ਕੀਤੀ ਹੈ ਵੀ ਇਕਾਗਰਤਾ ਬਣੇ, ਵੇਖੀਏ ਸਾਵਧਾਨਤਾ ਬਣੇ। ਸਹਿਜੇ ਸਹਿਜੇ ਟਿਕਾਉਂਦਿਆਂ ਪਹਿਲੋਂ ਅਭਿਆਸ ਕਰਨਾ। ਆਪਾਂ ਕਰਦੇ ਹੋਵੋਗੇ, ਤੁਸੀਂ ਗੁਰਮੁਖ ਹੋ। ਯਤਨ ਜਿੰਨਾ ਹੋ ਸਕੇ ਆਦੀ ਬਣਾਉਣਾ, ਸਹਿਜ 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 ਸਹਿਜ। ਮਨ ਫਿਰ ਉਹਦਾ ਰਸ ਲੈਣਾ ਸ਼ੁਰੂ ਕਰ ਦਿੰਦਾ, ਉਹਦੇ ਵਿੱਚ ਟਿਕਣਾ ਸ਼ੁਰੂ ਕਰ ਦਿੰਦਾ। ਜਿਹਦਾ ਗਿਆਨ ਸਹਿਜੇ ਸਹਿਜੇ ਮਨ ਨੂੰ ਆਉਂਦਾ ਜਾਏ, ਆਉਂਦਾ ਜਾਏ, ਆਉਂਦਾ ਜਾਏ, ਪੂਰਨ ਸਾਵਧਾਨਤਾ ਬਣ ਜਾਂਦੀ ਹੈ। ਤੇ ਇਹ ਨਾ ਹੋਏ ਵੀ ਪਤਾ ਹੀ ਨਹੀਂ ਕੀ ਕਰ ਰਹੇ ਆਪਾਂ। ਮਨ ਭੱਜਦਾ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸਿਉ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੱਟ ਕਵੀ, ਇਹ ਬਾਣੀ ਦੇ ਬੋਲ ਨਹੀਂ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਇਹਨੂੰ ਰੋਕਿਆ ਜਾਏ ਕਿਸੇ ਰੂਪ ਅੰਦਰ। ਸਹਿਜੇ ਸਹਿਜੇ ਇਹਨੂੰ ਜਦੋਂ ਇਸ ਵਿਸ਼ਵਾਸ ਭਰੋਸੇ ਨਾਲ ਜੋੜਿਆ ਜਾਏ, ਫਿਰ ਵਾਕਿਆ ਹੀ ਉਹ ਸਾਵਧਾਨਤਾ, ਉਹ ਰਸ ਬਣ ਆਉਂਦਾ ਹੈ, ਭਰੋਸਾ ਬਣ ਆਉਂਦਾ ਹੈ, ਜਿੱਥੇ ਫਿਰ ਸਦਾ ਮਾਲਕ ਉਹਦੀ ਯਾਦ ਹਿਰਦੇ 'ਚ ਟਿਕ ਜਾਂਦੀ ਹੈ। ਫਿਰ ਉਹ ਕੀਤਾ ਕਰਮ ਸਫਲ ਹੋ ਜਾਂਦਾ ਹੈ। ਨਾਨਕ ਇਹ ਬਿਧ ਹਰਿ ਭਜੋ, ਇੱਕ ਮਨ ਹੋਏ ਇੱਕ ਚਿੱਤ। ਤੀਰਥ ਵਰਤ ਅਰਦਾਨ ਕਰ,
ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕਰਮ ਕੀਤਾ ਧਰਮ ਦੇ ਨਾਂ 'ਤੇ, ਪਰ ਬਹੁਤ ਵਾਰ ਉਹ ਕਰਮ ਦੇ ਵਿੱਚ ਧਰਮ ਰੱਬ ਦਾ ਨਾਮ ਨਹੀਂ ਰਹਿ ਜਾਂਦਾ, ਬੰਦੇ ਦਾ ਨਾਮ ਆ ਜਾਂਦਾ। ਸੰਸਾਰੀ ਦਾ ਤੇ ਨਿਰੰਕਾਰੀ ਦਾ ਫਰਕ ਇਹੀ ਹੈ। ਕਰਮ ਕਰਦਾ ਪਾਠ ਸੰਸਾਰੀ ਵੀ ਕਰੇਗਾ, ਨਿਰੰਕਾਰੀ ਵੀ ਕਰੇਗਾ। ਕਿਰਿਆ ਹੋ ਸਕਦੀ ਹੈ, ਦਾਨ ਕਰ ਸਕਦਾ, ਇਹ ਨਹੀਂ, ਇਹਦਾ ਅਰਥ ਇਹ ਨਹੀਂ ਵੀ ਕਰਮ ਹੀ ਨਹੀਂ ਕਰਨਾ। ਸੰਸਾਰੀ ਕਰਮ ਕਰਦਾ ਮੇਰੀ ਮੈਂ ਬਣ ਜਾਏ, ਰੱਬ ਦਾ ਪਿਆਰਾ ਕਰਮ ਕਰਦਾ ਮੇਰੇ ਚੋਂ ਮੈਂ ਮੁੱਕ ਜਾਏ। ਇੱਕ ਆਪਣੇ ਆਪ ਨੂੰ ਮੁਕਾਉਣ ਵਾਸਤੇ ਕਰਮ ਕਰਦਾ, ਇੱਕ ਕਰਮ ਕਰਦਾ ਆਪਣੇ ਆਪ ਨੂੰ ਨਾਮ ਨੂੰ ਬਣਾਉਣ ਵਾਸਤੇ। ਬਸ ਇਹ ਫਰਕ ਹੋ ਜਾਂਦਾ ਹੈ। ਸਾਥ ਦੇਤਾ ਕਿਸੇ ਨੂੰ ਕੁਝ ਦੇਤਾ ਮਾੜਾ ਨਹੀਂ ਹੈ, ਕਰਮ ਮਾੜਾ ਨਹੀਂ ਹੈ ਉਹ, ਪਰ ਉਹਦੇ ਪਿੱਛੇ ਜਿਹੜਾ ਮਾਨ ਗੁਮਾਨ ਆ ਗਿਆ ਉਹ ਬੜਾ ਮੁਸ਼ਕਲ ਹੈ। ਉਹ ਫਿਰ ਕਰਮ ਛੱਡ ਦੇਣਾ ਚਾਹੀਦਾ। ਕਈ ਵਾਰ ਤੀਰਥ ਤੇ ਜਾ ਜਾ ਕੇ ਗੱਡੀਆਂ ਦੇ ਟਾਇਰ ਘਸ ਜਾਂਦੇ ਨੇ, ਮਨ ਹੋਰ ਮੋਟਾ ਹੋ ਜਾਂਦਾ। ਮਾਫ਼ ਕਰਨਾ, ਟਾਇਰ ਘਸ ਗਏ, ਮਾਫ਼ ਕਰਨਾ, ਮਨ ਮੋਟਾ ਹੋ ਗਿਆ। ਇਹ ਤੇ ਸਤਿਗੁਰ ਕਹਿੰਦੇ ਨੇ ਗੁਮਾਨ ਆ ਗਿਆ ਬਹੁਤ। ਤੇ ਜਿਹੜੇ ਕਰਮ ਵਿੱਚ ਮੈਂ ਹੋਏ ਨਹੀਂ, ਉਹਦੇ 'ਚ ਰੱਬ ਨਹੀਂ ਹੁੰਦਾ। ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ। ਕਿੰਨੇ ਕਰਮ ਕੀਤੇ, ਨਹੀਂ ਆਇਆ, ਉੱਥੇ ਉਹ ਹੈ ਹੀ ਨਹੀਂ ਸੀ। ਸਗੋਂ ਜਿਸ ਕਰਮ ਨੂੰ ਕਰਕੇ ਅੰਦਰ ਦੀ ਮੈਲ ਲੈਣੀ ਸੀ, ਸਗੋਂ ਹੋਰ ਚੜ ਜਾਂਦੀ ਹੈ। ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜ੍ਹੀ ਅਸੂਰ। ਬਾਬਾ ਕਬੀਰ ਜੀ, ਉਹ ਕਿਸੇ ਨੇ ਕਿਹਾ ਸੱਜਣਾ ਚੱਲ ਤੀਰਥਾਂ ਤੇ, ਨਹੀਂ ਭਾਈ ਕਿਰਤ ਵੀ ਤੇ ਕਰਨੀ ਹੈ, ਬੱਚੇ ਵੀ ਤੇ ਮਾਲਕ ਨੇ ਬਖਸ਼ੇ ਨੇ, ਚਲੋ ਚੱਲਿਓ, ਆ ਲੌਕੀ ਲੈ ਜਾਓ, ਜਿੱਥੇ ਜਾਣਾ ਇਹਨੂੰ ਇਸ਼ਨਾਨ ਕਰਾ ਦਿਓ। ਮੁੜੇ ਕੁਝ ਸਮੇਂ ਬਾਅਦ ਭਗਤ ਕਬੀਰ ਜੀ ਕਹਿੰਦੇ ਤੁਸੀਂ ਲੌਕੀ ਨੂੰ ਇਸ਼ਨਾਨ ਨਹੀਂ ਕਰਾਇਆ। ਕਹਿੰਦੇ ਨਹੀਂ, ਅਸੀਂ ਵੱਧ ਟੁੱਬੀਆਂ ਲਵਾਈਆਂ ਨੇ, ਤੋੜ ਕੇ ਵੇਖਿਆ ਅੰਦਰੋਂ ਕੁੜੱਤਣ ਨਾਲ ਭਰੀ ਹੈ। ਭਗਤ ਜੀ ਕਹਿੰਦੇ ਕੌੜਾਪਨ ਜਿਵੇਂ ਲੌਕੀ ਦਾ ਨਹੀਂ ਨਾ ਗਿਆ ਅੰਦਰ ਤੋਂ ਕੌੜੀ ਦੀ ਕੌੜੀ। ਤੇ ਬਹੁਤ ਵਾਰ ਮਨੁੱਖ ਧਰਮ ਦਾ ਇੱਕ ਕਰਮ ਕਰਕੇ ਅੰਦਰੋਂ ਹਉਮੈ ਨਾਲ ਹੰਕਾਰ ਨਾਲ ਭਰਿਆ ਹੀ ਰਹਿੰਦਾ, ਭਰਿਆ ਹੀ ਰਹਿੰਦਾ। ਉਹ ਅੰਦਰ ਦੀ ਕੁੜੱਤਣ ਨਹੀਂ ਗਈ, ਬਾਹਰ ਦੀ ਉਸ ਕਿਰਿਆ ਦੇ ਨਾਲ। ਤੇ ਜਿਹਦੇ ਨਾਲ ਮਨ ਨਹੀਂ ਬਦਲਿਆ, ਜਿਹਦੇ ਨਾਲ ਅੰਦਰ ਗੁਮਾਨ ਨਹੀਂ ਗਿਆ, ਜਿਹੜਾ ਸਾਧਨ ਆਪਣੇ ਆਪ ਨੂੰ ਮਿਟਾਉਣ ਵਾਸਤੇ ਸੀ, ਮੇਰੀ ਮੈਂ ਮਿਟ ਜਾਏ, ਮੇਰਾ ਹੰਕਾਰ ਮਿਟ ਜਾਏ, ਤੇ ਜੇ ਉਹਦੇ ਨਾਲ ਹੀ ਫਿਰ ਹੰਕਾਰ ਵੱਧ ਗਿਆ। ਇੱਕ ਭਾਈ ਮਾਣਾ ਹੋਇਆ, ਬੜਾ ਨਾਮਦਾਈ ਸੀ ਮਾਣਾ, ਸੇਵਾ ਕਰਦਾ ਸੀ ਲੰਗਰ ਦੀ, ਜੀਵਨ ਵੀ ਮਾਣ ਨਾਲ ਭਰ ਗਿਆ। ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਹਿਲ, ਸਤਿਗੁਰੂ ਭਾਈ ਮਾਣਾ ਨਾ ਹੁਣ ਕੁਰਖਤ ਬੋਲ ਵੀ ਬੋਲਦਾ। ਬਾਬਾ ਬੁੱਢਾ ਜੀ ਨੂੰ ਵੀ ਕਹਿ ਦਿੰਦਾ, ਸੰਗਤ ਆਉਂਦੀ ਹੈ, ਕਹਿੰਦਾ ਮੈਂ ਗੁਰੂ ਦਾ ਪਿਆ ਸੇਵਕ ਹਾਂ, ਤੁਹਾਡਾ ਮੈਂ ਨੌਕਰ ਨਹੀਂ ਲੱਗਾ। ਉਹਨਾਂ ਨੂੰ ਵੀ ਇਹ ਗੱਲ ਕਹਿ ਦਿੰਦਾ। ਬੜਾ ਕੁਰਖਤ ਬੋਲਦਾ ਹੈ, ਮਾਣ ਨਾਲ ਭਰਿਆ ਵੀ ਇੰਨੇ ਸਾਲਾਂ ਤੋਂ ਕਹਿੰਦਾ ਮੈਂ ਹੀ ਇਹ ਕੰਮ ਕਰ ਰਿਹਾ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਗਏ, ਭਾਈ ਮਾਣੇ ਦੀ ਬਾਂਹ ਫੜੀ, ਸਤਿਗੁਰੂ ਨੇ ਲੰਗਰਾਂ ਚੋਂ ਬਾਹਰ ਕੱਢਤਾ। ਸਾਹਿਬ ਕਹਿੰਦੇ ਮਾਣਿਆ ਇਹ ਕਰਮ ਤੇਰੇ ਵਾਸਤੇ ਠੀਕ ਨਹੀਂ। ਹੁਣ ਸੇਵਾ ਮਾੜੀ ਥੋੜ੍ਹਾ ਹੁੰਦੀ ਹੈ, ਸੇਵਾ ਦਾ ਕਰਮ ਕਿੱਡਾ ਉੱਚਾ ਹੈ। ਪਰ ਗੁਰਦੇਵ ਨੇ ਜਾਣ ਲਿਆ ਵੀ ਇਹ ਦਵਾ ਹੁਣ ਇਹਦੇ ਉਲਟ ਪੈ ਰਹੀ ਹੈ, ਨੁਕਸਾਨ ਕਰ ਰਹੀ ਹੈ। ਮਾਣੇ ਨੂੰ ਬਾਹਰ ਫੜਿਆ, ਬਾਂਹ ਤੋਂ ਲੈ ਗਏ, ਮਾਣਿਆ ਤੂੰ ਚਲਾ ਜਾ ਹੁਣ, ਕਿਉਂਕਿ ਜਿਸ ਕਰਮ ਦੇ ਨਾਲ ਸੇਵਾ ਨਾਲ ਮਾਣ ਲੈਣਾ ਚਾਹੀਦਾ ਹੈ, ਤੂੰ ਉਹਦੇ ਨਾਲ ਹੀ ਮਾਣ ਨਾਲ ਭਰ ਗਿਆ। ਠੀਕ ਨਹੀਂ ਹੈ, ਬਦਲ ਲੈਣਾ ਚਾਹੀਦਾ, ਕਰਮ ਬਦਲ ਲੈਣਾ ਚਾਹੀਦਾ। ਫਿਰ ਕੀ ਲਾਭ ਉਸ ਕਰਮ ਦਾ?
ਜਿੱਥੇ ਮਾਣ ਗੁਮਾਨ ਆ ਗਿਆ। ਤੀਰਥ ਜਾਉ ਤਾਂ ਹੋਂ ਕਰਤੇ, ਪੰਡਤ ਪੁੱਛੋਂ ਤਾਂ ਮਾਇਆ ਰਾਤੇ। ਕਿੱਥੇ ਜਾਈਏ ਸਾਹਿਬ ਜੀ ਕਹਿੰਦੇ। ਹੋਂ ਵੱਧ ਗਈ, ਗੁਮਾਨ ਵੱਧ ਗਿਆ, ਬਸ ਸੰਸਾਰੀ ਬਣ ਗਿਆ। ਉਹ ਧਰਮ ਦਾ ਕਰਮ ਕਰਕੇ ਵੀ ਬੰਦਾ ਸੰਸਾਰੀ ਰਹਿ ਜਾਂਦਾ। ਕਿਉਂ? ਮੈਂ ਨੂੰ ਵਧਾ ਲਿਆ, ਹੋਂ ਨੂੰ ਵਧਾ ਲਿਆ। ਇੱਕ ਨੇ ਉਹ ਕਰਮ ਕਰ ਕਰਕੇ ਮੈਂ ਨੂੰ ਮਿਟਾ ਲਿਆ। ਤੇ ਗੁਰੂ ਦਾ ਸਿੱਖ ਹੋਇਆ ਭਾਈ ਜੋਧ ਰਸੋਈਆ। ਭਾਵੇਂ ਠੀਕ ਹੈ ਪਹਿਲੋਂ ਬ੍ਰਾਹਮਣ ਸੀ, ਗੁਰੂ ਕੋਲ ਆ ਕੇ ਤਾਂ ਆਪਾਂ ਸਾਰੇ ਇੱਕ ਹੋ ਗਏ ਨਾ। ਸੇਵਾ ਕਰਦਾ, ਸਹਿਜੇ ਸਹਿਜੇ ਭਾਂਡੇ ਧੋਂਦਾ। ਪਤਾ ਨਹੀਂ ਮਨ 'ਚ ਕੀ ਆਈ, ਕੁਝ ਕਿਸੇ ਦਾ ਰੋਟੀ ਟੁੱਕ ਬਚਦਾ ਥਾਲ 'ਚ, ਪਾਸੇ ਰੱਖ ਲੈਂਦਾ। ਉਹਨੂੰ ਛਕ ਲੈਂਦਾ। ਮਾਤਾ ਖੀਵੀ ਜੀ ਨੇ ਵੇਖਿਆ, ਗੱਲ ਸਤਿਗੁਰੂ ਕੋਲ ਗਈ। ਅੱਜ ਮੇਰੇ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਸਾਹਿਬ ਨੇ ਕਿਹਾ, ਭਾਈ ਜੋਧ ਮੇਰੇ ਲਾਗੇ ਬਹਿ। ਸਤਿਗੁਰ ਨੇ ਲਾਗੇ ਬਿਠਾ ਕੇ ਨਾ ਪ੍ਰਸ਼ਾਦਾ ਛਕਾਇਆ, ਬਰਕਤ ਵਰਤ ਗਈ। ਉਸ ਤੋਂ ਬਾਅਦ ਭਾਈ ਜੋਧ ਜੀ ਨੇ ਜੂਠ ਨਹੀਂ ਖਾਧੀ। ਤੇ ਕਿਸੇ ਨੇ ਕਿਹਾ ਵੀ ਲੱਗਦਾ ਹੁਣ ਹੰਕਾਰੀ ਹੋ ਗਏ। ਗੁਰੂ ਨੇ ਲਾਗੇ ਬਹਿ ਕੇ ਪ੍ਰਸ਼ਾਦਾ ਛਕਾਤਾ ਨਾ, ਹੰਕਾਰੀ ਹੋ ਗਏ। ਭਾਈ ਜੋਧ ਜੀ ਕਹਿੰਦੇ ਨਹੀਂ, ਪਹਿਲੋਂ ਮੇਰੇ ਅੰਦਰ ਜਾਤ ਪਾਤ ਹੰਕਾਰ ਦੀ ਜੂਠ ਭਰੀ ਸੀ, ਸੇਵਾ ਕਰਦਿਆਂ ਕਰਦਿਆਂ ਅੱਜ ਸਤਿਗੁਰੂ ਨੇ ਬਰਕਤ ਵਰਤਾਈ, ਲਾਗੇ ਬਿਠਾ ਕੇ ਪ੍ਰਸ਼ਾਦਾ ਛਕਾਇਆ। ਕਹਿੰਦਾ ਹੁਣ ਮੈਂ ਜੂਠ ਨਹੀਂ ਖਾਂਦਾ, ਕਿਉਂਕਿ ਹੁਣ ਜਦੋਂ ਮੈਂ ਵੇਖਦਾ ਮੇਰੇ ਅੰਦਰ ਮੇਰੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਮੋਏ ਹੋਏ ਨੇ। ਹੁਣ ਅੰਦਰ ਗੁਰੂ ਦਾ ਵਾਸਾ, ਭਾਂਡਾ ਧੁੱਪ ਗਿਆ ਨਾ, ਸਾਫ਼ ਹੋ ਗਿਆ। ਕਈ ਰੱਬ ਦੇ ਪਿਆਰਿਆਂ ਨੇ ਕਰਮ ਕਰ ਕਰਕੇ ਜੀਵਨ ਦਾ ਭਾਂਡਾ ਸਾਫ਼ ਕਰ ਲਿਆ, ਪੂਰਨ ਤੌਰ ਤੇ ਪਵਿੱਤਰ ਹੋ ਗਏ। ਤੇ ਕਈ ਮਲੀਨਤਾ ਨਾਲ ਵੀ ਭਰ ਜਾਂਦੇ ਨੇ। ਸਾਧਨ ਨੂੰ ਹੀ ਜਿਹੜੇ ਫੜ ਕੇ ਬਹਿ ਗਏ, ਮਾਫ਼ ਕਰਨਾ, ਧਰਮ ਦੇ ਕਰਮ ਨੂੰ ਹੀ ਫੜ ਕੇ ਬਹਿ ਗਏ। ਉਹ ਤੇ ਭੇਟਾ ਰੱਖਣੀ ਸੀ, ਉਹ ਤੇ ਸਮਰਪਣ ਕਰਨਾ ਸੀ ਵਾਹਿਗੁਰੂ। ਤੇ ਸਾਹਿਬ ਜੀ ਕਹਿੰਦੇ ਫਿਰ ਜਿਨ੍ਹਾਂ ਨੇ ਗੁਮਾਨ ਵਧਾ ਲਏ, ਕੀਤਾ ਬਹੁਤ ਕੁਝ। ਤੇ ਬੜੀ ਪਿਆਰੀ ਐਗਜ਼ਾਮਪਲ ਸਾਹਿਬ ਨੇ ਦਿੱਤੀ ਹੈ। ਹਾਥੀ ਦਾ ਇੱਕ ਕੁੰਚਰ ਦਾ ਸੁਭਾਅ ਹੁੰਦਾ ਹੈ। ਹਾਥੀ ਜਦੋਂ ਨਹਾਉਂਦਾ ਨਾ, ਨਹਾ ਕੇ ਫਿਰ ਆਪਣੇ ਸੁੰਡ ਦੇ ਨਾਲ ਸਰੀਰ ਤੇ ਮਿੱਟੀ ਮਲ ਲੈਂਦਾ, ਘੱਟਾ ਮਲ ਲੈਂਦਾ। ਹੁਣ ਕਿੱਡੀ ਮੁਸ਼ਕਿਲ, ਨਹਾਤਾ ਫਿਰ ਘੱਟਾ ਮਲ ਲਿਆ, ਸਗੋਂ ਹੁਣ ਹੋਰ ਉਹ ਮਿੱਟੀ ਉਹਦੇ ਸਰੀਰ ਨਾਲ ਚਮੜ ਜਾਂਦੀ, ਲਹਿੰਦੀ ਨਹੀਂ। ਬਸ ਇਸੇ ਤਰ੍ਹਾਂ ਕਰਮ ਕੀਤਾ ਸੀ, ਬੰਦਾ ਹੋਰ ਮੈਲਾ ਹੋ ਗਿਆ, ਮਲੀਨਤਾ ਨਾਲ ਭਰ ਗਿਆ। ਤੇ ਸਾਹਿਬ ਜੀ ਕਹਿ ਰਹੇ ਨੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਮਨ ਵਿੱਚ ਗੁਮਾਨ ਕਾ ਧਰਦਾ, ਨਿਮਰਤਾ ਨਹੀਂ ਆਈ, ਫਿਰ ਉਹ ਕਰਮ ਬਚਿਆ ਨਹੀਂ ਰਹਿ ਜਾਂਦਾ। ਸਿਆਣਾ ਕਿਸਾਨ ਨਾ ਗੁਰਮੁਖੋ, ਜਿਨ੍ਹਾਂ ਨੇ ਖੇਤੀ ਕੀਤੀ, ਬਾਬੇ ਨਾਨਕ ਨੇ ਵੀ ਬਾਣੀ ਚ ਆਖਿਆ, ਮਨਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਤੁਹਾਨੂੰ ਪਤਾ ਸੁਹਾਗਾ ਜਦੋਂ ਕਿਸਾਨ ਬੀਜ ਖਿਲਾਰਦਾ ਹੈ ਨਾ, ਸੁਹਾਗੇ ਨਾਲ ਉਹ ਬੀਜ ਨੱਪੇ ਜਾਂਦੇ ਨੇ। ਬੀਜਾਂ ਨੂੰ ਨੱਪਤਾ, ਕਿਉਂਕਿ ਜਿਹੜਾ ਬੀਜ ਉੱਪਰ ਰਹਿ ਗਿਆ ਨਾ, ਉਹਨੂੰ ਚਿੜੀਆਂ, ਉਹਨੂੰ ਕੀੜੇ ਚੁਗ ਲੈਂਦੇ ਨੇ। ਤੇ ਇਸ ਵਾਸਤੇ ਸੁਹਾਗਾ ਨੱਪਤਾ ਬੀਜ ਦੱਬ ਤੇ, ਜਿਹੜੇ ਅੰਦਰ ਦੱਬੇ ਲੁਕ ਗਏ ਨਾ, ਉਹ ਬੂਟੇ ਬਣਦੇ ਨੇ, ਫਸਲ ਉਹਨਾਂ ਨੂੰ ਲੱਗਦੀ ਹੈ। ਜਿਹੜਾ ਕਰਮ ਆਪਣੇ ਮੈਂ ਨੂੰ ਗਵਾ ਕੇ ਲੁਕੋ ਕੇ ਬੰਦੇ ਨੇ ਕੀਤਾ, ਉਹਨੂੰ ਰੱਬ ਦੀ ਬਖਸ਼ਿਸ਼ ਦਾ ਫਲ ਜ਼ਰੂਰ ਲੱਗਦਾ। ਬਾਹਰ ਖਿੱਲਰ ਜਾਂਦੇ ਨੇ, ਜਿਹੜੇ ਬਾਹਰ ਰਹਿ ਗਏ ਖਿੱਲਰ ਗਏ, ਚੁੱਗ ਲਿਆ ਉਹਨੂੰ। ਤੇ ਜਿਨ੍ਹਾਂ ਚੋਂ ਪ੍ਰਾਪਤੀ ਹੋਈ, ਭਾਈ ਵੀਰ ਸਿੰਘ ਜੀ ਨੇ ਬਚਨ ਕੇ, ਸਾਗਰ ਪੁੱਛਿਆ ਸੁਣਨੀ ਨਦੀਏ, ਬੂਟੇ ਪੁੱਟ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਆਣ ਇੱਥੇ ਪਹੁੰਚਾਵੇਂ। ਬੜਾ ਕੁਝ ਪੁੱਟਿਆ ਹੀ, ਬੜੇ ਵੱਡੀਆਂ ਵੱਡੀਆਂ ਲੱਕੜਾਂ ਮੇਰੇ ਚਾਉਂਦੀਆਂ ਨੇ, ਪਰ ਬੈਂਤ ਦਾ ਬੂਟਾ ਨਹੀਂ ਆਉਂਦਾ। ਕਾਰਨ ਕੀ ਹੈ? ਤੇ ਨਦੀ ਨੇ ਕਿਹਾ ਸੀ, ਬਸ ਕਾਰਨ ਇੱਕ ਹੀ ਹੈ, ਉਹ ਮੇਰੇ ਪਾਣੀ ਦੇ ਰੌਂਦ ਵੇਗ ਅੱਗੇ ਝੁਕ ਜਾਂਦਾ ਹੈ, ਪੇਸ਼ ਨਾ ਕੋਈ ਜਾਵੇ। ਜਿਹੜਾ ਮੇਰੇ ਰੌਂ ਅੱਗੇ ਨਿਉ ਗਿਆ, ਉਹਦੇ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਤੇ ਗੁਰਮੁਖੋ, ਜਿੱਥੇ ਨਿਮਰਤਾ ਆ ਗਈ,
ਜਿੱਥੇ ਤੇਰਾ ਤੇਰਾ ਆ ਗਿਆ ਉੱਥੇ ਹੰਕਾਰ ਦੀ ਕੋਈ ਪੇਸ਼ ਨਹੀਂ ਜਾਂਦੀ, ਕੋਈ ਪੇਸ਼ ਨਹੀਂ ਜਾਂਦੀ, ਮੁੱਕ ਗਿਆ। ਵਿਕਾਰਾਂ ਦੀ ਕੋਈ ਪੇਸ਼ ਨਹੀਂ ਗਈ। ਜਿਸ ਰੱਬ ਦੇ ਪਿਆਰੇ ਕੋਲ ਗੁਰੂ ਦੀ ਜੁਗਤੀ ਆ ਗਈ, ਸੋਝੀ ਆ ਗਈ। ਨਹੀਂ ਤਾਂ ਸਾਹਿਬ ਜੀ ਕਹਿੰਦੇ ਜੇ ਗੁਮਾਨ ਰੱਖਿਆ ਆਪਣੀ ਹੋਂਦ ਹੀ ਬਣਾਉਣੀ ਹੈ, ਫਿਰ ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਕਰਕੇ ਇਸ਼ਨਾਨ ਵਿਅਰਥ ਹੋ ਗਿਆ, ਹੋਰ ਮਲੀਨਤਾ ਨਾਲ ਭਰ ਗਿਆ। ਗੁਰ ਕਿਰਪਾ ਕਰਨ ਸਾਡੇ ਅੰਦਰੋਂ ਗੁਮਾਨ, ਹੰਕਾਰ, ਮੈਂ ਮੇਰੀ ਮਿਟ ਜਾਏ, ਵਿਸ਼ਵਾਸ ਹੋ ਸੁੱਖ ਆਏ, ਸਦਾ ਉਸ ਮਾਲਕ ਦੀ ਟੇਕ ਜੀਵਨ 'ਚ ਬਣੀ ਰਹੇ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ